ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿਸਾਨ ਅੰਦੋਲਨ ਖਤਮ ਹੋਏ ਨੂੰ ਕਾਫੀ ਅਰਸਾ ਬੀਤ ਗਿਆ ਵਾ, ਪਰ ਉਹਦੇ ਦੁਸ਼ਪਰਿਣਾਮ ਜਿਹੜੇ ਨੇ ਅਜੇ ਤੱਕ ਆ ਰਹੇ ਨੇ। ਉਸੇ ਹੀ ਕੜੀ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਲਖੀਮਪੁਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ, ਠੀਕ ਹੈ ਜੀ। ਇੱਕ ਮੈਸਕਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉੱਥੋਂ ਦੇ ਜਿਹੜੇ ਗਵਾਹ ਹਨ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਖਬਰਾਂ ਵੀ ਆ ਰਹੀਆਂ ਨੇ। ਉਹਦੇ ਵਿੱਚ ਇੱਕ ਸਰਦਾਰ ਹਰਦੀਪ ਸਿੰਘ ਮਲਵਈ, ਜਿਹਨਾਂ ਨਾਲ ਮੈਂ ਗੱਲ ਕਰਾਂਗਾ। ਹਰਦੀਪ ਸਿੰਘ ਮਲਵਈ ਆ, ਇਹਨਾਂ ਦਾ ਵੀ ਇਲਜ਼ਾਮ ਹੈ ਵੀ ਇਹਨਾਂ ਦੇ ਉੱਤੇ ਕੁਝ ਦਿਨ ਪਹਿਲਾਂ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ, ਇਹਨਾਂ 'ਤੇ ਅਟੈਕ ਕੀਤਾ ਗਿਆ ਵਾ ਵੀ ਇਹ ਮੁੱਖ ਗਵਾਹ ਨੇ, ਕਿਉਂਕਿ ਇਹ ਗਵਾਹ ਨੇ ਉਸ ਜਿਹੜਾ ਅਜੇ ਮਿਸ਼ਰ ਟਹਿਣੀ ਦੇ ਜਿਹੜਾ ਬੇਟਾ ਸੀ, ਠੀਕ ਹੈ ਜੀ। ਉਹਨੇ ਜੋ ਵੀ ਉੱਥੇ ਮੈਸਕੇਅਰ ਕੀਤਾ ਉਹਦੇ ਵਿੱਚ ਇਹਨਾਂ ਦੀ ਗਵਾਹੀ ਆ, ਕਿਉਂਕਿ ਇਹ ਚੋਟਲ ਵੀ ਹੋਏ ਸਨ। ਇਹਨਾਂ ਨੂੰ ਸਰਕਾਰ ਨੇ 10 ਲੱਖ ਰੁਪਈਆ ਦੇਣ ਦਾ ਐਲਾਨ ਵੀ ਕੀਤਾ ਸੀ। ਉਹ ਵੀ ਗੱਲਬਾਤ ਕਰਾਂਗੇ ਅਤੇ ਇਹਨਾਂ 'ਤੇ ਕਿਵੇਂ ਇਹਨਾਂ 'ਤੇ ਹਮਲਾ ਹੋਇਆ, ਕੀ ਗੱਲਬਾਤ ਹੋਈ ਹੈ ਜਾਂ ਪਹਿਲਾਂ ਵੀ ਧਮਕੀਆਂ ਮਿਲਦੀਆਂ ਰਹੀਆਂ, ਉਸ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰਾ ਨਾਮ ਹੈ ਹਰਦੀਪ ਸਿੰਘ ਜੀ ਮਲਵਈ। ਹਾਂਜੀ ਵੀਰ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਾਂਗਾ ਵੀ ਤੁਸੀਂ ਇੱਕ FIR ਦੀ ਕਾਪੀ ਵਿਖਾ ਰਹੇ ਸੋ ਮੈਨੂੰ, ਔਰ ਇਹ ਕਾਫੀ ਚਰਚਾ ਦੇ ਵਿੱਚ ਹੈ। ਕਈ ਦਿਨਾਂ ਤੋਂ 3-4 ਦਿਨ ਹੋ ਗਏ ਨੇ ਇਹ ਚਰਚਾ ਚੱਲ ਰਹੀ ਹੈ ਵੀ ਤੁਹਾਡੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ ਜੀ, ਠੀਕ ਹੈ ਜੀ। ਉਹ ਕੌਣ ਲੋਕ ਸਨ, ਕਿਵੇਂ ਹੋਇਆ, ਉਹ ਦੱਸਣ ਦੀ ਕੋਸ਼ਿਸ਼ ਕਰੋ। ਦੇਖੋ, ਕੋਈ ਵੀ ਸਾਡਾ BJP ਦੇ ਕਾਰਜਕਰਤਿਆਂ ਨਾਲ ਜਾਂ BJP ਦੇ ਵਰਕਰਾਂ ਨਾਲ ਸਾਡਾ ਕੋਈ ਪੁਰਾਣੀ ਰੰਜਿਸ਼ ਜਾਂ ਦੁਸ਼ਮਣੀ ਤਾਂ ਹੈ ਨਹੀਂ ਗੀ। ਸਾਡਾ ਸਿਰਫ ਅਸੀਂ ਕਿਸਾਨ ਅੰਦੋਲਨ 'ਚ ਚੱਲੇ ਹਾਂ ਅਤੇ ਦੂਜਾ ਅਸੀਂ ਕਿਸਾਨ ਯੂਨੀਅਨ ਦੇ ਨਾਲ ਹਾਂ। ਅਤੇ ਜਦੋਂ ਤੋਂ ਧਰਨਾ ਚੱਲਿਆ ਫਸਟ ਬਾਈ ਸਟੇਟ ਤੋਂ, ਉਦੋਂ ਤੋਂ ਅਸੀਂ ਇਸ ਧਰਨੇ ਦਾ ਮਤਲਬ ਸਾਥ ਦੇ ਰਹੇ ਹਾਂ। ਅਤੇ ਉਸ ਤੋਂ ਬਾਅਦ ਅਸੀਂ ਲਖੀਮਪੁਰ ਗਏ ਸੀਗੇ ਅਤੇ ਉੱਥੇ ਸਾਡੇ ਤੇ ਤੁਹਾਨੂੰ ਪਤਾ ਜਿਵੇਂ ਗੱਡੀ ਚੜ੍ਹਾਈ ਗਈ ਅਤੇ ਸਾਡੇ ਨਾਲ ਦੇ ਜਤਿੰਦਰ ਸਿੰਘ ਵਿਰਕ ਦੇ ਨਾਲ ਗਏ। ਹਾਂਜੀ, ਅਸੀਂ ਨਾਲ ਸੀਗੇ ਉੱਥੇ। ਅਤੇ ਬਾਕੀ ਸਾਡੇ 4-5 ਜਣੇ ਉੱਥੇ ਸ਼ਹੀਦ ਵੀ ਹੋਏ ਅਤੇ ਸਾਡੇ ਸੱਟਾਂ ਲੱਗੀਆਂ। ਅਤੇ ਉਸ ਕੇਸ ਦਾ ਮੈਂ ਅਜੇ ਮਿਸ਼ਰ ਟਹਿਣੀ ਦੇ ਬੇਟੇ ਦੇ ਜਿਹੜਾ ਆਸ਼ੀਸ਼ ਮਿਸ਼ਰਾ, ਉਹਦੇ ਖਿਲਾਫ ਗਵਾਹ ਹਾਂ ਮੈਂ। ਅਤੇ ਉਸ ਤੋਂ ਬਾਅਦ ਲਗਾਤਾਰ ਇਹ ਜਿਹੜੇ ਭਾਜਪਾ ਦੇ ਇੱਥੇ ਦੇ ਕਾਰਜਕਰਤਾ ਵਰਕਰ ਨੇ, ਇਹਨਾਂ ਵੱਲੋਂ ਧਮਕੀਆਂ ਵੀ ਨੇ। ਅਤੇ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਸਕਦਾ ਵੀ ਕਿ ਇਲੈਕਸ਼ਨ 'ਚ ਸਾਡੀ ਦੁਬਾਰਾ ਸੱਤਾ ਬਣ ਗਈ ਤਾਂ ਅਸੀਂ ਤੈਨੂੰ ਦੇਖਾਂਗੇ, ਤੇਰੇ ਨਾਲ ਧੱਕਾਸ਼ਾਹੀ ਕਰਾਂਗੇ। ਥ੍ਰੈਟ ਕੀਤਾ ਜਾ ਰਿਹਾ ਤਾਂ ਹਾਂਜੀ, ਡਾਇਰੈਕਟ ਮੈਸੇਜ ਆਪਣੇ ਕੋਲ ਸਕਰੀਨਸ਼ਾਟ ਨੇ, ਉਹ ਸ਼ੋਅ ਵੀ ਕਰ ਦਿਆਂਗੇ। ਅਤੇ ਉਹ ਮੈਂ ਕੋਰਟ 'ਚ ਵੀ ਲਾ ਚੁੱਕਿਆ ਲਖੀਮਪੁਰ 'ਚ, ਪਹਿਲਾਂ ਹੀ ਭੇਜਤੇ ਸੀ। ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸੱਤਾ ਆਈ ਆ, ਅਤੇ ਉਸ ਤੋਂ ਬਾਅਦ ਅਸੀਂ ਤਾਂ ਆਪਣੇ ਇਲੈਕਸ਼ਨ ਤੋਂ ਬਾਅਦ ਅਤੇ ਉਹ ਅੰਦੋਲਨ ਤੋਂ ਬਾਅਦ ਕੋਈ ਗੱਲਬਾਤ ਕੀਤੀ ਨਹੀਂ ਐਵੇਂ ਦੀ। ਅਤੇ ਇਹਨਾਂ ਨੇ ਉਸ ਦਿਨ ਅਸੀਂ ਗਏ ਸੀ ਬਾਬਾ ਦੀਪ ਸਿੰਘ ਦੇ ਮੱਥਾ ਟੇਕਣ, ਅਤੇ ਮੈਂ ਸੀ, ਇੱਕ ਮੇਰੇ ਨਾਲ ਮਿੱਤਰ ਸੀਗਾ, ਬਾਈਕ 'ਤੇ ਸੀ, ਇੱਕ ਜਣਾ ਸਾਡੇ ਪਿੱਛੇ ਆ ਰਿਹਾ ਸੀ, ਕੋਈ ਮਤਲਬ ਭਰਾ ਹੀ ਸੀ ਉਹ ਵੀ। ਅਤੇ ਜਦੋਂ ਅਸੀਂ ਗੁਰਦੁਆਰੇ ਤੋਂ ਵਾਪਸ ਆਏ ਤਾਂ ਇਹਨਾਂ ਨੇ ਗੱਡੀ ਕੋਲ ਲਾ ਕੇ, ਬਸ ਇੱਥੇ ਇਹ ਆ ਕਿ ਉਸ ਅਜੇ ਮਿਸ਼ਰ ਟਹਿਣੀ ਦੇ ਬੇਟੇ ਨੇ ਸਾਡੇ ਉੱਤੇ ਗੱਡੀਆਂ ਚੜ੍ਹਾਤੀਆਂ ਸੀ। ਅਤੇ ਇੱਥੇ ਦੇ ਮੰਤਰੀਆਂ ਦੇ ਬੇਟਿਆਂ ਨੇ ਸਲਾਹ ਕਰਕੇ ਆਪਦੇ ਵਰਕਰਾਂ ਨੂੰ, ਮੰਤਰੀਆਂ ਜੋ ਭੇਜਿਆ। ਤੁਹਾਡੇ 'ਤੇ ਅਟੈਕ ਕੀਤਾ ਗਿਆ ਤਾਂ ਉਹਨਾਂ ਕੀ ਕਿਹਾ ਉਦੋਂ ਆਣ ਕੇ? ਅਟੈਕ ਕਿਵੇਂ ਕੀਤਾ, ਮਤਲਬ ਕੁਝ ਕਿਹਾ ਹੋਏਗਾ ਨਾ ਆਣ ਕੇ? ਸਾਨੂੰ ਬਿਲਕੁਲ ਨਾਲ ਲਾ ਕੇ ਗੱਡੀ ਆਪਣੇ, ਮੈਂ ਬਾਈਕ 'ਤੇ ਸੀਗਾ, ਕਹਿੰਦਾ ਵੀ ਰੋਕ। ਮੈਂ ਕਿਹਾ ਵੀ ਹਾਂ ਕੀ ਗੱਲ ਆ, ਅਤੇ ਇੰਨੇ 'ਚ ਹੀ ਮੈਂ ਰੁਕ ਗਿਆ। ਅਤੇ ਇਹਨਾਂ ਨੇ, ਕਿਉਂਕਿ ਸਾਈਡ 'ਤੇ ਜਗ੍ਹਾ ਵੀ ਨਹੀਂ ਸੀ, ਅਤੇ ਉੱਤਰ ਕੇ ਆਇਆ ਅਤੇ ਜਾਨੂੰ ਇਹਨਾਂ ਦੇ ਜਿਹੜੇ ਪਿੱਛੇ ਸੀਗੇ ਗੁੰਡੇ ਇਹਨਾਂ ਦੇ BJP ਦੇ, ਉਹਨਾਂ ਨੇ ਮੇਰੇ 'ਤੇ ਅਟੈਕ ਕਰਨਾ ਸ਼ੁਰੂ ਕਰਤਾ। ਉਹਨਾਂ ਦੀ ਪਛਾਣ ਹੈ ਤੁਹਾਨੂੰ? ਕੌਣ ਤੁਹਾਨੂੰ? ਹਾਂਜੀ, 2 ਜਣਿਆਂ ਦੀ ਤਾਂ ਮੈਨੂੰ ਪਹਿਚਾਣ ਆ। ਇੱਕ ਸਰਬਜੀਤ ਸਿੰਘ ਸੀਗਾ ਮੁੰਡਾ, ਘੁੰਮਣ ਇਹਨਾਂ ਦਾ BJP ਦਾ, ਅਤੇ ਇੱਕ ਜ਼ਿਲ੍ਹਾ ਮਹਾਮੰਤਰੀ ਹੈ ਇਹਨਾਂ। ਉਹ BJP ਦੇ ਨੇ ਜਾਂ ਮਤਲਬ ਤੁਸੀਂ ਪੱਕਾ ਪਤਾ ਤੁਹਾਨੂੰ ਵੀ ਉਹ BJP ਦੇ ਬੰਦੇ ਹੀ ਨੇ, ਜਾਂ ਉੱਦਾਂ ਵੀ ਹੋ ਸਕਦਾ ਵੀ ਕੋਈ ਹੋਰ ਹੋਣ? ਪੱਕਾ ਕੀ, ਤੁਸੀਂ ਬਿਲਾਸਪੁਰ 'ਚ ਜਾਂ ਕਿਤੇ ਵੀ ਇਹਨਾਂ ਦੀਆਂ ਆਈਡੀਆਂ 'ਤੇ ਚੈੱਕ ਕਰ ਸਕਦੇ ਹੋ। ਮੰਤਰੀ ਜੀ ਦੀ ਟੀਮ ਦੇ ਬੰਦੇ ਨੇ, ਫੋਟੋਆਂ ਇਹਨਾਂ ਦੀਆਂ ਹਰੇਕ ਚੁਰਾਹੇ ਮੋੜ 'ਤੇ ਤੁਹਾਨੂੰ ਮਿਲ ਜਾਣਗੀਆਂ ਨਾਲ ਮੰਤਰੀ ਜੀ ਦੇ, ਅਤੇ BJP ਦੇ ਹੀ ਬੰਦੇ ਨੇ ਨਾ। ਅੱਛਾ ਜੀ। ਅਤੇ ਹਾਂਜੀ, ਤੁਸੀਂ, ਮੈਂ ਉਹਦੇ ਫੋਟੋ ਵੀ ਦੇ ਸਕਦਾ ਤੁਹਾਨੂੰ, ਲੇਕਿਨ ਲਿਖਿਆ ਹੋਊਗਾ BJP ਦੇ ਵੱਡੇ ਬੈਨਰਾਂ 'ਤੇ ਇਹਨਾਂ ਦੀਆਂ ਪੋਸਟਰ ਲੱਗੇ ਹੋਏ ਨੇ। ਇੱਕ ਸਵਾਲ ਮੈਨੂੰ ਹੋਰ ਪੁੱਛਣਾ ਪਏਗਾ। ਮੈਂ ਇਹ ਪੁੱਛਣਾ ਚਾਹੁੰਦਾ ਤੁਹਾਨੂੰ ਵੀ ਕੋਈ ਰੰਜਿਸ਼ ਤਾਂ ਨਹੀਂ ਤੁਹਾਡੀ, ਕੋਈ ਇਹਨਾਂ ਨਾਲ ਕੋਈ ਨਿੱਜੀ ਰੰਜਿਸ਼ ਹੋਏ ਪਹਿਲੋਂ, ਠੀਕ ਹੈ ਜੀ, ਉਸ ਕਰਕੇ ਤੁਹਾਡੇ 'ਤੇ ਅਟੈਕ ਹੋਇਆ ਹੋਏ, ਜਾਂ ਕਿ ਇਹ ਇਲੈਕਸ਼ਨ ਦਾ ਜਾਂ ਕਿਸਾਨ ਅੰਦੋਲਨ ਦੇ ਵਿੱਚ ਤੁਸੀਂ ਜਾਂਦੇ ਰਹੇ ਹੋ, ਜਾਂ ਤੁਹਾਡੀ ਗਵਾਹੀ ਆ ਉਹਦੇ ਮੱਦੇ ਨਜ਼ਰ ਤੁਹਾਡੇ 'ਤੇ ਅਟੈਕ ਕੀਤਾ? ਦੇਖੋ, ਇਹ ਕੋਈ ਵੀ ਪ੍ਰੂਫ ਕਰ ਦੇਣ ਵੀ ਕਿ ਪਹਿਲਾਂ ਕੋਈ ਸਾਡੀ ਰੰਜਿਸ਼ ਹੋਵੇ। ਰੰਜਿਸ਼ਾਂ ਸਾਡੀਆਂ ਤਾਂ ਕੋਈ ਵੀ ਨਹੀਂ, ਜੇ ਹੋਈਆਂ ਵੀ ਨੇ ਤਾਂ ਸਿਰਫ ਅੰਦੋਲਨ ਦੇ ਤੋਂ ਬਾਅਦ 'ਚ, ਕਿਉਂਕਿ ਸੰਯੁਕਤ ਮੋਰਚੇ ਦਾ ਜਦੋਂ ਐਲਾਨ ਹੋਇਆ, ਤੁਸੀਂ ਸ਼ਾਇਦ ਸਾਨੂੰ ਕਵਰੇਜ ਵੀ ਕੀਤਾ ਕਈ ਵਾਰ, ਅਸੀਂ ਮੰਤਰੀ ਨੂੰ ਝੰਡੇ ਦਿਖਾਏ ਕਾਲੇ, ਨਕਵੀ ਜੀ ਆਏ ਉਹਨੂੰ ਕਾਲੇ ਝੰਡੇ ਦਿਖਾਏ। ਫਿਰ ਜੋ ਵੀ SKM ਦਾ ਉੱਥੋਂ ਫੈਸਲਾ ਆਇਆ ਵੀ ਕਿ ਕਾਲੇ ਕਾਨੂੰਨ ਦੀਆਂ ਕਾਪੀਆਂ ਫੂਕੋ ਮੰਤਰੀਆਂ ਦੇ ਘਰਾਂ ਦੇ ਅੱਗੇ ਜਾ ਕੇ, ਉਹ ਫੂਕੀਆਂ ਸੀ। ਅਤੇ ਬਸ ਉਸੇ ਥਰੂ ਆ ਨਾ, ਅਤੇ ਉਹ ਸਾਡੀ ਕੋਈ ਪਰਸਨਲ ਰੰਜਿਸ਼ ਨਹੀਂ ਹੋਈ, ਸਿਰਫ ਇੱਕ ਮੋਰਚੇ ਦੇ ਵਿੱਚ ਚੱਲਣ ਕਰਕੇ। ਮੋਰਚੇ ਦੇ ਜਾਣ ਕਰਕੇ ਤੁਸੀਂ ਮੋਰਚੇ ਦਾ ਸਾਥ ਦੇ ਰਹੇ ਹੋ, ਕਿਸਾਨਾਂ ਦਾ ਸਾਥ ਦੇ ਰਹੇ ਹੋ, ਹੱਕੀ ਮੰਗਾਂ ਵਾਸਤੇ ਬੈਠੇ ਹੋ, ਉਹਦੇ ਦਰਮਿਆਨ ਹੀ ਤੁਹਾਡੇ ਨਾਲ ਜੋ ਵੀ ਇਹਨਾਂ ਦੀ ਰੰਜਿਸ਼ ਹੋਈ ਹੈ ਜਾਂ ਖਹਿਬਾਜ਼ੀ ਹੋਈ, ਉਸ ਤੋਂ ਬਾਅਦ ਸ਼ੁਰੂ ਹੋਈ ਹੈ? ਹਾਂਜੀ, ਉਸ ਤੋਂ ਪਹਿਲਾਂ ਤਾਂ ਕੋਈ ਵੀ ਇਹ ਪ੍ਰੂਫ ਕਰ ਦੇਣ, ਜਾਂ ਅਸੀਂ ਕਦੇ ਵੀ ਇਹਨਾਂ ਨਾਲ ਕੋਈ ਸਾਡਾ ਐਵੇਂ ਦਾ ਮਸਲਾ ਹੀ ਨਹੀਂ ਸੀ। ਅਤੇ ਅਸੀਂ ਕਿਉਂਕਿ ਇੱਥੇ ਇਕੱਠੇ ਹੀ ਰਹੇ ਹਾਂ ਪਹਿਲਾਂ, ਸਿਰਫ ਇੱਕ ਅਸੀਂ ਅੰਦੋਲਨ 'ਚ ਚੱਲੇ ਹਾਂ, ਅਤੇ BJP ਦੇ ਮੰਤਰੀ ਦੇ ਵਰਕਰ ਨੇ, ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਸੇਕ ਲੱਗਿਆ ਵੀ ਅਸੀਂ SKM ਦੇ ਨਾਲ ਕਿਉਂ ਆ।
ਤੇ ਇਹ ਹੁਣ ਜਦੋਂ ਕਿ ਬੀਜੇਪੀ ਦੀ ਸਰਕਾਰ ਆ ਗਈ ਹੈ ਯੂਪੀ ਦੇ ਵਿੱਚ, ਤਾਂ ਉਹ ਜਿਹੜੀ ਪੁਰਾਣੀ ਖੁੰਨਸ ਸੀ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਤੁਹਾਡੇ ਅਟੈਕ ਇਸੇ ਹੀ ਕੜੀ ਦਾ ਹਿੱਸਾ ਮੰਨਦੇ ਹੋ ਤੁਸੀਂ? ਦੇਖੋ ਕਿਤੇ ਨਾ ਕਿਤੇ ਇਹ ਵੀ ਉਸੇ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਨੇ ਸਾਡੇ ਤੇ ਗੱਡੀਆਂ ਚੜਾਈਆਂ ਨੇ। ਹੈ ਤੇ ਬੀਜੇਪੀ ਦੇ ਤੇ ਉਸੇ ਪਰਿਵਾਰ, ਇੱਕ ਹੀ ਪਰਿਵਾਰ ਆ ਨਾ ਇਹਨਾਂ ਦਾ। ਇਹ ਕਿਤੇ ਨਾ ਕਿਤੇ ਤਾਂ ਚਾਹੁੰਦੇ ਹੀ ਨੇ ਵੀ ਕਿ ਸਾਡੇ ਸਰਕਾਰ ਤੇ ਦਾਗ ਨਾ ਲੱਗੇ। ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਉਸ 'ਚ ਜਿਹੜੇ ਸਾਡੇ ਨਾਲ ਦੇ ਸਾਡੇ 80-90 ਗਵਾਹ ਨੇ। ਜਦੋਂ ਇਹ ਐਵੇਂ ਦਾ ਕੁਝ ਸਾਡੇ ਨਾਲ ਕਰਨਗੇ, ਅਸੀਂ 100-200 ਕਿਲੋਮੀਟਰ ਦੂਰ ਬੈਠੇ ਹਾਂ ਲਖੀਮਪੁਰ ਤੋਂ, ਤੇ ਉੱਥੇ ਤੇ ਕੋਰਟ ਨੇ ਜ਼ਮਾਨਤ ਦੇਤੀ ਹੈ ਆਸ਼ੀਸ਼ ਮਿਸ਼ਰਾ ਨੂੰ, ਤੇ ਉੱਥੇ ਦੇ ਜਿਹੜੇ ਗਵਾਹ ਨੇ ਤੁਸੀਂ ਆਪ ਹਿਸਾਬ ਲਾਓ ਵੀ ਕਿ ਉਹ ਗਵਾਹੀ ਦੇਣ ਜਾਣਗੇ? ਉਹ ਜਦ ਉਹ ਸੋਚਣਗੇ ਵੀ ਕਿ 100-150 ਕਿਲੋਮੀਟਰ ਦੂਰ ਹਮਲਾ ਹੋ ਰਿਹਾ ਤੇ ਉਸ ਦੇ ਘਰ 'ਚ ਬੈਠੇ ਨੇ, ਉੱਥੇ ਉਹਨਾਂ ਦੀ ਮੌਕੇ ਦੀ ਸਰਕਾਰ ਆ, ਤੇ ਉਹ ਬੰਦੇ ਕਿਵੇਂ ਸਾਨੂੰ ਇਨਸਾਫ ਮਿਲ ਸਕਦਾ ਕਿਸਾਨਾਂ ਨੂੰ, ਦੱਸੋ? ਮਤਲਬ ਇਹ ਮੈਂ ਜਿਵੇਂ ਸਮਝ ਰਿਹਾ ਕਿ ਤੁਸੀਂ ਕਹਿਣਾ ਚਾਹ ਰਹੇ ਹੋ ਵੀ ਇਹ ਇੱਕ ਗਿਣੀਮਤੀ ਸਾਜ਼ਿਸ਼ ਦੇ ਤਹਿਤ ਹੀ ਤੁਹਾਡੇ 'ਤੇ ਵੀ ਅਟੈਕ ਕੀਤਾ ਗਿਆ। ਹਾਂਜੀ, ਦੇਖੋ ਕੱਲਾ ਮੇਰਾ ਤਾਂ ਕੋਈ ਉਹ ਹੋ ਨਹੀਂ ਸਕਦਾ ਵੀ ਕਿ ਇਲੈਕਸ਼ਨ ਦਾ ਤਾਂ ਜੇ ਇਲੈਕਸ਼ਨ ਦੀ ਗੱਲ ਆ ਜਾਂ ਕੋਈ ਉਵੇਂ ਗੱਲ ਆ, ਬਹੁਤ ਲੋਕਾਂ ਦੀ ਅਪਸੈਟ ਉਹ ਹੁੰਦੀ ਆ, ਕੱਲੀ ਮੇਰੀ ਤੇ ਹੋ ਨਹੀਂ ਸਕਦੀ ਕੋਈ, ਨਾ ਮੈਂ ਇੰਨੀ ਉਸ 'ਤੇ ਆ। ਤੇ ਇਹ ਸਿਰਫ ਮੇਰਾ ਇੱਕ, ਮੈਂ ਉੱਥੇ ਗਵਾਹ ਆ, ਤੇ ਮੈਨੂੰ ਜਦੋਂ ਮਤਲਬ ਦਬਾਇਆ ਜਾਏਗਾ ਤੇ ਲੋਕ ਇੱਥੇ ਜਿਹੜੇ ਇੱਥੇ ਦੇ ਹੋਰ ਵੀ ਮਤਲਬ ਇਹਨਾਂ ਦੇ ਓਪੋਜ਼ਿਟ ਲੋਕ ਨੇ ਉਹ ਵੀ ਚੁੱਪ ਕਰ ਜਾਣਗੇ। ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਪੂਰਾ ਮਨੋਬਲ ਟੁੱਟ ਹੀ ਰਿਹਾ ਨਾ। ਜੇ ਹੁਣ ਸੁਪਰੀਮ ਕੋਰਟ ਨੇ ਸੁਰੱਖਿਆ ਵੀ ਕਹੀ ਹੋਈ ਆ, ਬਾਕੀ ਬੀਜੇਪੀ ਦੇ ਜਦੋਂ ਸਾਡੇ ਨਾਲ ਸਮਝੌਤਾ ਹੋਇਆ ਉੱਥੇ SKM ਨਾਲ, ਤੇ ਉਦੋਂ ਇਹਨਾਂ ਨੇ ਉਹ ਵੀ ਮੰਨੀ ਸੀ ਵੀ ਕਿ ਅਸੀਂ ਜਿਹੜੇ ਜਿਵੇਂ ਸਾਡਾ ਵੀਰ ਨਵਰੀਤ ਸ਼ਹੀਦ ਹੋਇਆ, ਤੇ 2-3 ਦਿਨ ਤੋਂ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਮੰਤਰੀ ਜੀ ਦਾ ਬਿਆਨ ਚੱਲ ਰਿਹਾ ਇੱਕ ਵੀ ਕਿ ਉਹ ਲਾਲ ਕਿਲੇ 'ਤੇ ਟਰੈਕਟਰ ਚੜਾਉਂਦੇ ਹੋਏ ਮਤਲਬ ਸਟੰਟ ਕਰਦੇ ਹੋਏ ਸ਼ਹੀਦ ਹੋ ਗਿਆ, ਮਤਲਬ ਸ਼ਹੀਦ ਨਹੀਂ ਹੋਇਆ, ਖਤਮ ਹੋ ਗਿਆ, ਮੰਤਰੀ ਜੀ ਦੇ ਬਿਆਨ ਨੇ। ਤੇ ਫਿਰ ਜਿਸ ਦਿਨ ਉਹ ਸ਼ਹੀਦ ਹੋਇਆ ਸੀ ਉਸ ਦਿਨ ਉਸਦੇ ਘਰੇ ਕੀ ਕਰਨ ਗਏ ਸੀ ਇਹ? ਉਸ ਦਿਨ ਵੋਟਾਂ ਕਰਕੇ ਉਸ ਦਿਨ ਉਹ ਸ਼ਹੀਦ ਸੀ। ਹੁਣ ਇਹ ਸਵਾਲ ਤਾਂ ਬਣਦਾ ਬਿਲਕੁਲ ਜੀ, ਉਦੋਂ ਕੀ ਲੈਣ ਗਏ ਸਨ, ਕਾਹਦੇ ਵਾਸਤੇ ਗਏ, ਹੈ ਨਾ? ਇਹ ਸਵਾਲ ਤਾਂ ਪੁੱਛਿਆ ਜਾ ਸਕਦਾ ਉਹਨਾਂ ਤੋਂ। ਦੂਜੀ ਗੱਲ ਇਹ ਆ ਵੀ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਕਿਉਂ ਨਹੀਂ ਕਹੀ ਗਈ ਮੰਤਰੀ ਵੱਲੋਂ? ਇਹ ਵੀ ਇੱਕ ਸਵਾਲ ਬਣਦਾ ਵੀ ਇਲੈਕਸ਼ਨ ਨਿਕਲ ਗਈ, ਹੁਣ ਮੰਤਰੀ ਦੁਬਾਰਾ ਬਣ ਗਏ ਨੇ, ਤੇ ਫਿਰ ਇਹ ਸਵਾਲ ਇਹਨਾਂ ਨੇ ਇਹ ਗੱਲ ਚੁੱਕਣ ਦੀ ਕੀ ਲੋੜ ਸੀ, ਜਾਂ ਇਹ ਗੱਲ ਕਰਨ ਦੀ ਕੀ ਲੋੜ ਹੈ? ਕਿਹਦੇ ਪਿੱਛੇ ਕੀ ਉਹਨਾਂ ਦਾ ਮੰਤਵ ਹੈ, ਜਾਂ ਸਰਕਾਰ ਦਾ ਕੀ ਮੰਤਵ ਹੈ, ਜਾਂ ਬੀਜੇਪੀ ਦਾ ਕੀ ਮੰਤਵ ਹੈ? ਇਹ ਤਾਂ ਇੱਕ ਸਵਾਲ ਬਣਦਾ ਵਾ, ਠੀਕ ਹੈ ਜੀ। ਪਰ ਤੁਸੀਂ ਇਹ ਦੱਸੋ ਵੀ ਕਿਸਾਨ ਜਿਹੜੇ ਆਗੂ ਨੇ, ਕਿਸਾਨ ਮੋਰਚੇ ਦੇ ਜਿਹੜੇ SKM ਦੇ ਆਗੂ ਨੇ, ਠੀਕ ਹੈ ਜੀ, ਉਹਨਾਂ ਦੀ ਕਾਲ 'ਤੇ ਤੁਸੀਂ ਹਰ ਜਗ੍ਹਾ ਜਾਂਦੇ ਰਹੇ ਹੋ, ਲਖੀਮਪੁਰ ਵੀ ਤੁਸੀਂ ਉਹਨਾਂ ਦੀ ਕਾਲ 'ਤੇ ਗਏ ਹੋ, ਦਿੱਲੀ ਵੀ ਤੁਸੀਂ ਜਾਂਦੇ ਰਹੇ ਹੋ। ਉਹਨਾਂ 'ਚੋਂ ਕਿਸੇ ਕਿਸਾਨ ਆਗੂ ਨੇ ਤੁਹਾਡੇ ਆਣ ਕੇ ਬਾਂਹ ਫੜੀ ਹੈ ਜਾਂ ਤੁਹਾਡਾ ਹਾਲ ਚਾਲ ਪੁੱਛਿਆ ਜਾਂ ਅਟੈਕ ਹੋਣ ਤੋਂ ਬਾਅਦ? ਦੇਖੋ ਇੱਕ ਗੱਲ ਅਸੀਂ ਕਹਿਣਾ ਚਾਹ ਰਹੇ ਹਾਂ SKM ਨੂੰ ਵੀ, ਜੇ SKM ਸੰਯੁਕਤ ਮੋਰਚਾ ਇਸ ਟਾਈਮ ਇਕੱਠਾ ਰਹੇਗਾ, ਸਾਥ ਦੇਗਾ ਸਭ ਦਾ, ਉਸੇ 'ਚ ਹੀ ਭਲਾ ਹੈ। ਤੇ ਨਹੀਂ ਤਾਂ ਇਹ ਤਾਂ ਕਿਸੇ ਹੈਵੀ ਹੋਣਗੇ ਬੀਜੇਪੀ ਵਾਲੇ, ਕਿਉਂਕਿ ਸੰਯੁਕਤ ਮੋਰਚਾ ਹਲੇ ਇੰਨਾ ਕਮਜ਼ੋਰ ਨਹੀਂ ਆ ਜਿਸ ਅਸੀਂ ਇੱਕ ਅਤਿਆਚਾਰੀ ਰਾਜੇ ਨੂੰ ਝੁਕਾ ਸਕਦੇ ਹਾਂ, ਤਾਂ ਇਹਦਾ ਮਤਲਬ ਵੀ ਅਸੀਂ ਹਜੇ ਵੀ ਮਜ਼ਬੂਤ ਹਾਂ। ਨਹੀਂ, ਸੰਯੁਕਤ ਮੋਰਚੇ ਦੇ ਕਿਸੇ ਆਗੂ ਨੇ, ਮੇਨ ਲੀਡਰ ਨੇ, ਜਿਵੇਂ ਠੀਕ ਹੈ ਜੀ ਰਾਜੇਵਾਲ ਸਾਹਿਬ ਹੋਏ, ਇਹ ਖਬਰ ਕਿਉਂਕਿ ਇਹ ਖਬਰ ਵਰਲਡ ਵਾਈਡ ਹੋ ਚੁੱਕੀ ਹੈ ਇਸ ਟਾਈਮ, ਕਾਫੀ ਦਿਨਾਂ 3-4 ਦਿਨਾਂ ਤੋਂ ਪਹਿਲਾਂ ਦੀ ਇਹ ਘਟਨਾ ਵਾ, ਔਰ ਇਹ ਕਾਫੀ ਮੀਡੀਆ 'ਚ ਵੀ ਚੱਲ ਰਹੀ ਆ ਔਰ ਆ ਚੁੱਕੀ ਹੈ। ਕਿਸੇ SKM ਦੇ ਕਿਸੇ ਲੀਡਰ ਨੇ, ਦਰਸ਼ਨਪਾਲ ਜੀ ਨੇ, ਜਾਂ ਚੂਨੀ ਸਾਹਿਬ ਨੇ, ਜਾਂ ਰਾਜੇਵਾਲ ਸਾਹਿਬ ਨੇ, ਜਾਂ ਹੋਰ ਵੀ ਜੋਗਿੰਦਰ ਯਾਦਵ ਵੀ ਹੈ, ਜਾਂ ਹੋਰ ਕਿਸੇ ਮੁੱਖ ਨੇਤਾ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਵੀ ਉਹਨੇ ਜਾਣਨ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਤੁਹਾਡੇ 'ਤੇ ਹਮਲਾ ਹੋਇਆ ਵਾ ਇਹਦੇ ਪਿੱਛੇ ਵਜ੍ਹਾ ਕੀ ਆ, ਜਾਂ ਤੁਹਾਡਾ ਹਾਲ ਚਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿਸੇ ਨੇ? ਜੀ SKM ਵੱਲੋਂ ਤਾਂ ਐਵੇਂ ਦਾ ਕੁਝ ਵੀ ਨਹੀਂ ਹੋਇਆ। ਮਤਲਬ ਕਿ ਹਾਂ, ਜਿਹੜੇ ਸਾਡੇ ਲੋਕਲ ਦੇ ਜਿਹੜੇ ਮੇਰੇ ਇੱਥੇ ਨਾਲ ਚੱਲਦੇ ਨੇ ਉਹ ਜ਼ਰੂਰ ਮੇਰੇ ਨਾਲ ਨੇ, ਪਰ ਜਿਹੜੇ SKM ਵੱਲੋਂ ਦੇ ਉੱਤੋਂ ਕੋਈ ਕਾਲ ਨਹੀਂ ਆਈ ਐਵੇਂ ਦੀ। SKM ਤੋਂ ਵੱਲੋਂ ਕੋਈ ਕਾਲ ਨਹੀਂ ਆਈ? ਉਹਨਾਂ ਦੇ ਕੋਈ ਲੀਗਲ ਐਡਵਾਈਜ਼ਰ ਨੇ, ਜਿਹੜਾ ਲੀਗਲ ਜਿਹੜੀ ਟੀਮ ਆ ਉਹਦੇ ਵੱਲੋਂ ਵੀ ਕੋਈ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ, ਆਪਣੇ ਟਕੈਤ ਸਾਹਿਬ ਦੇ ਪ੍ਰਭਾਰੀ ਆ ਜਿਹੜਾ ਬਲਜਿੰਦਰ ਸਿੰਘ ਮਾਨ, ਉਹ ਜ਼ਰੂਰ ਮੇਰੇ ਕੋਲ ਆਏ ਸੀ ਘਰ, ਤੇ ਬਾਕੀ ਹੋਰ ਕਿਸੇ ਵੱਲੋਂ ਇੱਡੀ ਕੋਈ ਉਹ ਨਹੀਂ। ਜਾਂ ਚੜੂਣੀ ਸਾਹਿਬ ਨੇ ਬਸ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕਰਤੀ ਆ, ਮਤਲਬ ਮੈਨੂੰ ਪਰਸਨਲੀ ਕਾਲ ਕਰਕੇ ਜਾਂ ਮੇਰੇ ਨਾਲ ਖੜਨ ਦਾ ਕਿਸੇ ਨੇ ਵੀ ਉਹ ਨਹੀਂ ਕੀਤਾ। ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਜਿਹੜਾ FIR ਦੀ ਕਾਪੀ ਤੁਹਾਨੂੰ ਮਿਲ ਗਈ ਹੈ, ਉਹਦੇ ਵਿੱਚ ਕੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ? ਉਹ ਧਾਰਾਵਾਂ ਕੁਛ ਵੀ ਨਹੀਂ ਗੀਆਂ। 147, 323, 504, 506 ਇਹਦੀ ਬਾਹਰੋਂ ਬਾਹਰ ਜ਼ਮਾਨਤ ਹੋ ਸਕਦੀ ਆ। ਇਹਦੇ 'ਚ ਹੱਤਿਆ ਦੀ ਸਾਜ਼ਿਸ਼ ਆ, ਲਖੀਮਪੁਰ ਦੇ ਅਸੀਂ ਗਵਾਹ ਆ ਮੇਨ, ਇਹਦੇ 'ਚ 307 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ, ਤੋ ਜੋ ਸਾਨੂੰ ਇੰਨੇ ਉਹ ਨਹੀਂ ਆ, ਤੁਹਾਨੂੰ ਮੈਂ ਦਿਖਾ ਦੇ ਰਿਹਾ, ਤੁਸੀਂ ਤਾਂ FIR ਦੀ ਕਾਪੀ ਵੀ ਹੈ ਇਹਨਾਂ ਦੇ ਕੋਲ। ਹਾਂਜੀ, 147, 323, 504 ਤੇ 506 ਦੇ ਵਿੱਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ, ਠੀਕ ਹੈ ਜੀ। ਤੇ ਇਹ ਲਾਇਸੈਂਸੀ ਆਪਣੇ ਜਿਹੜਾ ਇਹ ਜ਼ਿਲ੍ਹਾ ਮਹਾਮੰਤਰੀ ਇਹਨਾਂ ਦਾ, ਉਹਨੇ ਲਾਇਸੈਂਸੀ ਉਹਦੇ ਕੋਲ ਪਿਸਟਲ ਆ, ਉਹਨੇ ਉਹਦੇ ਨਾਲ ਮਾਰਨ ਦੀ ਧਮਕੀ ਦਿੱਤੀ ਹੈ ਕੱਢ ਕੇ, ਤੇ ਮੇਰੇ ਪਿਸਟਲ ਵੀ ਕੱਢ ਕੇ ਵਿਖਾਇਆ ਤੁਹਾਨੂੰ? ਹਾਂਜੀ, ਤੇ ਉਹ ਕਿਹਾ ਵੀ ਮੈਂ ਤੈਨੂੰ ਗੋਲੀ ਮਾਰ ਦਾਂਗਾ ਜੇ ਅੱਗੇ ਤੋਂ ਤੁਸੀਂ ਨਹੀਂ ਸੁਧਰਦੇ। ਅੱਛਾ ਜੀ। ਤੇ ਫਿਰ ਉਸ ਜਰੀਏ ਇਹਨਾਂ 'ਤੇ 307 ਦਾ ਮੁਕੱਦਮਾ ਕਾਇਮ ਹੋਣਾ ਚਾਹੀਦਾ, ਤੇ ਜਿਹੜਾ ਸਾਨੂੰ ਇਸ ਟਾਈਮ ਹਲੇ ਕਾਨੂੰਨ ਵੱਲੋਂ ਪੂਰੀ ਉਹ ਨਹੀਂ ਮਿਲ ਪਾ ਰਹੀ।
ਤੇ ਇੱਥੋਂ ਦੇ ਲੋਕਲ ਲੀਡਰ ਨੇ ਤੇਜਿੰਦਰ ਸਿੰਘ ਵਿਰਕ ਜਿਹੜੇ ਤੁਹਾਡੇ ਨਾਲ ਗਏ ਸਨ ਉੱਥੇ ਲਖੀਮਪੁਰ ਵੀ, ਜਿਨ੍ਹਾਂ ਦੇ ਨਾਲ ਤੁਸੀਂ ਗਏ ਹੋ, ਠੀਕ ਹੈ ਜੀ, ਉਹਨਾਂ ਨੇ ਆਣ ਕੇ ਮਿਲੇ ਨੇ ਤੁਹਾਨੂੰ, ਉਹਨਾਂ ਨੇ ਹਾਲ ਚਾਲ ਪੁੱਛਿਆ ਤੁਹਾਡਾ? ਹਾਂਜੀ, ਉਹ ਆਏ ਸੀ, ਉਹ ਮੇਰੇ ਨਾਲ ਇੱਥੇ ਪੁਲਿਸ ਸਟੇਸ਼ਨ 'ਚ ਵੀ ਪਹੁੰਚੇ ਸੀਗੇ ਤੇ ਮੁਕੱਦਮਾ ਵੀ ਉਹਨਾਂ ਨੇ ਕਾਇਮ ਕਰਵਾਇਆ, ਨਾਲ ਆਏ ਸੀ। ਨਹੀਂ ਤਾਂ ਉਹਨਾਂ ਨੇ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ, ਪੁਲਿਸ ਪ੍ਰਸ਼ਾਸਨ ਨਾਲ, ਵੀ ਜਿਹੜੀਆਂ ਧਾਰਾਵਾਂ ਲਾਈਆਂ ਜਾ ਰਹੀਆਂ ਨੇ ਬਹੁਤ ਹਲਕੀਆਂ ਨੇ, ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਪੁਲਿਸ ਦੇ ਨਾਲ, ਵੀ ਜਿਹੜਾ ਮੰਨ ਲਓ ਕਿ ਤੁਹਾਡਾ ਸਿੱਧਾ ਜਾਨਲੇਵਾ ਹਮਲਾ ਹੋਇਆ ਤੁਹਾਡੇ ਉੱਤੇ, ਪਰ ਧਾਰਾਵਾਂ ਜਿਹੜੀਆਂ ਨੇ ਇਹ ਬਹੁਤ ਹਲਕੀਆਂ ਲਾਈਆਂ ਗਈਆਂ ਨੇ, ਪੁਲਿਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ, ਉਹਨਾਂ ਦਾ ਦਬਾਅ ਆ ਕੀ ਗੱਲ ਕੋਈ? ਦੇਖੋ ਉਹਨਾਂ ਨੇ, ਹਾਂ, ਇਸ ਮੁੱਦੇ 'ਤੇ ਤਾਂ ਗੱਲ ਨਹੀਂ ਹੋ ਪਾਈ, ਤੇ ਪਰ ਪੁਲਿਸ ਵੱਲੋਂ ਬਹੁਤ ਧਾਰਾਵਾਂ ਬਚਾਉਣ ਵਾਲੀ ਹੈ। ਤੁਸੀਂ ਖੁਦ ਸਮਝਦਾਰ ਹੋ, ਇਸ ਧਾਰਾ 'ਤੇ ਤਾਂ ਕੁਛ ਵੀ ਨਹੀਂ ਹੈ, ਤੇ ਜ਼ਮਾਨਤ ਵੀ ਕੋਰਟ 'ਚੋਂ ਮਿਲ ਜਾਂਦੀ ਹੈ, ਇਸ ਤਾਂ ਕੋਈ ਖਾਸ ਧਾਰਾ ਨਹੀਂ ਹੈ। ਬਿਲਕੁਲ ਜੀ, ਜਿਵੇਂ ਤੁਸੀਂ ਵੇਖਿਆ ਵੀ ਇਹਨਾਂ ਨੇ ਦੱਸੀ ਹੈ ਗੱਲਬਾਤ, ਹਰਦੀਪ ਸਿੰਘ ਮਲਵਈ ਨੇ ਸਾਰੀ ਗੱਲਬਾਤ ਦੱਸੀ ਹੈ, ਠੀਕ ਹੈ ਜੀ। ਪਹਿਲੋਂ ਤਾਂ ਸ਼ੁਰੂਆਤ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਸਟਾਰਟ ਹੁੰਦਾ ਹੈ ਉਦੋਂ ਇਹ ਕਿਹਾ ਜਾਂਦਾ ਵੀ ਵੇਲਾ ਆ ਗਿਆ ਉੱਠ ਜਵਾਨਾਂ ਦੇ, ਸਿਸਟਮ ਦੇ ਹਲਕ 'ਚ ਫਾਨਾ। ਜਦੋਂ ਨੌਜਵਾਨਾਂ ਨੇ ਸਿਸਟਮ ਦੇ ਹਲਕ 'ਚ ਫਾਨਾ ਦਿੱਤਾ, ਨੌਜਵਾਨਾਂ ਨੇ ਤੁਹਾਡੀ ਪਿੱਠ ਨਹੀਂ ਲੱਗਣ ਦਿੱਤੀ, ਦਿੱਲੀ ਦੇ ਵਿੱਚ ਤੁਸੀਂ ਬੈਠੇ ਰਹੇ ਹੋ ਸਾਲ ਪਾਰ 1.5 ਸਾਲ, ਠੀਕ ਹੈ ਜੀ, ਤੁਹਾਨੂੰ ਕਿਸੇ ਤਰ੍ਹਾਂ ਵੀ ਪਿੱਠ ਨਹੀਂ ਵਿਖਾਈ, ਪਰ ਅੱਜ ਨੌਜਵਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਜਾਂ ਉਹਨਾਂ ਦੇ ਅਟੈਕ ਹੋ ਰਹੇ ਨੇ, ਜੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਤੇ ਮੈਂ SKM ਨੂੰ ਲੀਡਰਾਂ ਨੂੰ ਮਾਧਿਅਮ ਰਾਹੀਂ ਸਵਾਲ ਕਰਨਾ ਚਾਹਾਂਗੇ, ਅੱਜ ਤੁਸੀਂ ਕਿੱਥੇ ਹੋ? ਕੱਲ੍ਹ ਨੂੰ ਕੌਣ ਚੱਲੇਗਾ ਤੁਹਾਡੇ ਨਾਲ? ਕੱਲ੍ਹ ਨੂੰ ਕੌਣ ਤੁਰੇਗਾ ਤੁਹਾਡੇ ਨਾਲ? ਨੌਜਵਾਨ ਕਿਵੇਂ ਉੱਠਣਗੇ? ਠੀਕ ਹੈ ਜੀ, ਜੇ ਕਿਤੇ ਕੋਈ ਕਿਸੇ ਕਿਸਮ ਦਾ ਵੀ ਕੋਈ ਹੁੰਦਾ ਵਾ, ਡਰਾਇਆ ਜਾਂਦਾ, ਧਮਕਾਇਆ ਜਾਂਦਾ ਵਾ, ਜਾਂ ਕਿਸੇ ਕਿਸਮ ਦਾ ਕੋਈ ਤੁਹਾਡੇ ਨਾਲ ਅਤਿਆਚਾਰ ਹੁੰਦਾ ਵਾ, ਤੇ ਕੌਣ ਤੁਹਾਡੇ ਨਾਲ ਖਲੋਏਗਾ? ਤੁਸੀਂ ਸਾਰੇ ਹੀ SKM ਦੇ ਲੀਡਰ ਜਿਹੜੇ ਨੇ ਇਸ ਟਾਈਮ ਜਿਹੜੇ ਨੇ ਸਾਰੇ ਹੀ ਸੰਦੇਹ ਦੇ ਘਿਰੇ ਹੋਏ, ਕਿਉਂਕਿ ਸਾਰੇ ਪਹਿਲੋਂ ਰਾਜਨੀਤੀ ਤੋਂ ਕਹਿੰਦੇ ਰਾਜਨੀਤੀ ਨੂੰ ਇੱਦਾਂ, ਜੋ ਰਾਜਨੀਤੀ ਦੀ ਗੱਲ ਚੱਲਦੀ, ਰਾਜਨੀਤਿਕ ਪਾਰਟੀਆਂ ਦੀ ਗੱਲ ਚੱਲਦੀ, ਤਾਂ ਉਦੋਂ ਇਹ ਇੱਦਾਂ ਸਮਝਦੇ ਹਨ ਜਿੱਦਾਂ ਕਿ ਇਹ ਛੂਤ ਦੀ ਬਿਮਾਰੀ ਹੁੰਦੀ ਆ, ਅਸੀਂ ਇਹਨਾਂ ਦੇ ਲਾਗੇ ਨਹੀਂ ਲੱਗਣਾ, ਇਹਨਾਂ ਤੋਂ ਦੂਰ ਰਹਿਣਾ। ਬਾਅਦ 'ਚ ਸਾਰਿਆਂ ਨੇ ਵੇਖਿਆ ਵੀ ਸਾਰੇ ਹੀ ਨੇਤਿਆਂ ਨੇ ਰਾਜਨੀਤੀ ਕੀਤੀ ਆ, ਇਲੈਕਸ਼ਨਾਂ ਵੀ ਲੜੀਆਂ ਨੇ, ਸਾਰੇ ਕੰਮ ਕੀਤੇ ਨੇ, ਪਰ ਇਹਨਾਂ ਨੌਜਵਾਨਾਂ ਦਾ ਕੌਣ ਵਾਲੀ ਵਾਰਸ ਆ ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਨੂੰ ਤੁਸੀਂ ਕਿਹਦੇ ਆਸਰੇ ਛੱਡਤਾ ਵਾ? ਕੌਣ ਇਹਨਾਂ ਦੀ ਬਾਂਹ ਫੜੇਗਾ ਜਿਨ੍ਹਾਂ 'ਤੇ ਰੋਜ਼ ਕਾਤਲਾਨਾ ਹਮਲੇ ਹੋ ਰਹੇ ਨੇ? ਪਹਿਲਾਂ ਵੀ ਤੁਸੀਂ ਸੁਣ 'ਚ ਆਇਆ ਵੀ ਲਖੀਮਪੁਰ ਦੇ ਵਿੱਚ ਵੀ ਹਮਲੇ ਹੋਏ ਨੇ, ਹੋਰ ਜਗ੍ਹਾ 'ਤੇ ਵੀ ਹੋ ਰਹੇ ਨੇ, ਇਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ, ਨੌਜਵਾਨ ਤੁਹਾਡੇ ਕਹਿਣ ਦੇ ਉੱਤੇ ਗਏ ਸਨ, ਠੀਕ ਹੈ ਜੀ। ਇਹ ਚੀਜ਼ ਦਾ ਦੁਬਾਰਾ ਸੋਚਣਾ ਚਾਹੀਦਾ ਵਾ ਮੇਰੇ ਹਿਸਾਬ ਨਾਲ SKM ਨੂੰ, ਇਹਦੇ ਵਾਸਤੇ ਕੋਈ ਨਾ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ। ਬਾਕੀ ਗੱਲਬਾਤ ਹੋਰ ਵੀ ਕਰਾਂਗੇ, ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਨੇ ਜਿਹੜੇ ਇੱਥੋਂ ਦੇ ਸਮਾਜਵਾਦੀ ਤੋਂ ਵਿਧਾਇਕ ਦੀ ਇਲੈਕਸ਼ਨ ਲੜੇ ਨੇ। ਕਿਸਾਨ ਅੰਦੋਲਨ 'ਚ ਗਏ ਸੀ ਉੱਥੇ, ਤੇ ਉੱਥੋਂ ਮਸਾਂ ਤੇ ਵਿਚਾਰਾ ਉਦੋਂ ਬਚਿਆ, ਤੇ ਮੈਨੂੰ ਸਮਝ ਨਹੀਂ ਆ ਰਹੀ ਹੈ ਕਿ ਕਿਵੇਂ ਇਹ ਕੰਮ ਕਰ ਰਹੇ ਨੇ। ਇਹਨਾਂ ਦੇ ਜਿਹੜੇ ਵਰਕਰ ਨੇ ਕੁਛ, ਇਹ ਜ਼ਿਆਦਾ ਇੱਥੇ ਕੰਮ ਗਲਤ ਕਰ ਰਹੇ ਨੇ। ਮੈਂ ਵੇਖ ਰਿਹਾ ਵਾਂ ਕਈ ਇਹਨਾਂ ਦੀਆਂ ਇਹੋ ਜਿਹੀਆਂ ਜਿਹੜੀਆਂ ਘਟਨਾ ਨੇ, ਇਹਨਾਂ ਨੂੰ ਰੋਕਣਾ ਚਾਹੀਦਾ। ਇਹ ਗਲਤ ਕਰ ਰਹੇ ਨੇ, ਮਾੜਾ ਕਰ ਰਹੇ ਨੇ ਕੰਮ। ਇਹ ਪੋਲੀਟੀਕਲ ਵੈਂਡੇਟਾ ਵਾ, ਉਹਦੇ ਤਹਿਤ ਹੀ ਕੰਮ ਕੀਤਾ ਜਾ ਰਿਹਾ। ਹੁਣ ਸਰਕਾਰ ਤਾਂ ਵੇਖੋ ਬਣ ਗਈ ਹੈ, ਉੱਤੇ ਜੋਗੀ ਜੀ ਮੁੱਖ ਮੰਤਰੀ ਬਣ ਗਏ ਆ, ਕਿਸੇ ਵੀ ਪਾਰਟੀ ਤੋਂ ਬੜੇ ਹੋਣ, ਠੀਕ ਹੈ ਜੀ, ਉਹਨਾਂ ਵਾਸਤੇ ਸਾਰੇ ਇੱਕੋ ਜਿਹੇ ਹੋਣੇ ਚਾਹੀਦੇ। ਜਦੋਂ ਇੱਕ ਬੰਦਾ ਇੱਕ ਪੋਸਟ 'ਤੇ ਪਹੁੰਚ ਜਾਂਦਾ, ਇੱਕ ਪਦਵੀ 'ਤੇ ਪਹੁੰਚ ਜਾਂਦਾ, ਉਹਦੇ ਵਾਸਤੇ ਫਿਰ ਸਾਰੇ ਬਰਾਬਰ ਹੋ ਜਾਂਦੇ ਨੇ, ਠੀਕ ਹੈ ਜੀ। ਪਰ ਇਹ ਜਿਹੜਾ ਤਰੀਕਾ ਚੱਲ ਰਿਹਾ ਵਾ ਵੀ ਜੇ ਮੰਨ ਲਓ ਇਹਨਾਂ ਨੇ, ਇਹ ਗਵਾਹ ਨੇ, ਇਹਨਾਂ 'ਤੇ ਅਟੈਕ ਹੋ ਗਿਆ ਵਾ, ਜਾਂ ਹੋਰ ਵੀ ਕਈ ਵੇਖਣ 'ਚ ਆ ਰਿਹਾ ਵੀ ਜਿਨ੍ਹਾਂ ਨੇ ਇਹਨਾਂ ਦਾ ਵਿਰੋਧ ਕੀਤਾ BJP ਨਾਲ, ਉਹਨਾਂ ਨੂੰ ਹੁਣ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲੋਂ ਉਤਪੀੜਨ ਕੀਤਾ ਜਾ ਰਿਹਾ ਵਾ। ਇਹੀ ਤਾਂ ਅਫਸੋਸ ਵਾਲੀ ਗੱਲ ਹੈ। ਯਕੀਨ ਮੰਨੋ ਕਿ ਅਗਰ ਫਲ ਲੱਗਦਾ ਤਾਂ ਉਹ 'ਚ ਨਿਮਰਤਾ ਹੁੰਦੀ ਹੈ। ਇਹਨਾਂ ਨੂੰ ਫਰਕ ਖਤਮ ਕਰ ਦੇਣਾ ਚਾਹੀਦਾ ਸੀ। ਸਰਕਾਰ ਬਣਨ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਦਾ, ਜਿਵੇਂ ਹੋਰ ਲੋਕ ਵੀ ਕਹਿ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਹੈ ਕਿ ਮੈਂ ਸਾਰਿਆਂ ਦਾ ਮੁੱਖ ਮੰਤਰੀ ਹਾਂ, ਔਰ ਉਹਦੇ 'ਚ ਔਰ UP ਦੀ ਸਰਕਾਰ 'ਚ ਇਹੀ ਅੰਤਰ ਹੈ, ਹੋਰਾਂ ਸਰਕਾਰਾਂ 'ਚ ਵੀ ਅੰਤਰ ਹੈ ਕਿ ਇੱਥੇ ਤੇ ਬਦਲੇ ਦੀ ਭਾਵਨਾ ਨਾਲ ਕੰਮ ਹੋ ਰਿਹਾ ਹੈ। ਜਿਨ੍ਹਾਂ ਨੇ ਵੋਟ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ। ਇਹ ਮੈਨੂੰ ਸਮਝ ਨਹੀਂ ਆ ਰਹੀ ਹੈ ਕਿਵੇਂ ਕੰਮ ਇਹ ਕਰ ਰਹੇ ਨੇ। ਇਹ ਬਹੁਤ ਅਫਸੋਸਨਾਕ ਘਟਨਾ ਹੈ। ਇਹਦੀ ਆਪਾਂ ਨੂੰ ਬਹੁਤ ਨਿੰਦਾ ਕਰਨੇ ਔਰ ਅਸੀਂ ਵਿਰੋਧ ਕਰਨੇ, ਔਰ ਅਸੀਂ ਕਰਾਂਗੇ ਵਿਰੋਧ ਇਹਦਾ, ਹਰ ਜਗ੍ਹਾ ਇਹਨਾਂ ਦਾ ਸਾਥ ਦੇਵਾਂਗੇ। ਅਗਰ ਇਸ ਤਰ੍ਹਾਂ ਦਾ ਉਹ ਕੰਮ ਕਰਨਗੇ ਤਾਂ ਅਸੀਂ ਇਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ। ਇੱਕ ਜੀ ਬਿਆਨ ਹੋਰ ਵਾਇਰਲ ਹੋ ਰਿਹਾ ਬਲਦੇਵ ਸਿੰਘ ਔਲਖ ਜੀ ਦਾ, ਠੀਕ ਹੈ ਜੀ। ਉਹਨਾਂ ਨੇ ਬਿਆਨ ਦਿੱਤਾ ਵੀ ਜਿਹੜਾ ਨਵਰੀਤ ਸਿੰਘ ਬੱਚਾ ਸ਼ਹੀਦ ਹੋਇਆ ਸੀ ਇੱਥੇ ਕਿਸਾਨ ਅੰਦੋਲਨ ਦੇ ਵਿੱਚ, ਠੀਕ ਹੈ, ਤੁਸੀਂ ਵੀ ਕਿਸਾਨ ਅੰਦੋਲਨ ਦੇ ਵਿੱਚ ਜਾਂਦੇ ਰਹੇ ਹੋ, ਅਤੇ ਉਹ ਉਹਨਾਂ ਨੂੰ ਕਹਿੰਦੇ ਵੀ ਉਹ ਤਾਂ ਸਟੰਟ ਕਰ ਰਿਹਾ ਸੀ, ਇਸ ਕਰਕੇ ਉਹਦਾ ਟਰੈਕਟਰ ਪਲਟਿਆ ਤੋਂ ਮਰ ਗਿਆ, ਤਾਂ ਉਹਨੂੰ ਸ਼ਹੀਦ ਥੋੜ੍ਹੀ ਮੰਨਾਂਗੇ। ਇਹ 'ਤੇ ਤੁਹਾਡਾ ਕੀ ਕਹਿਣਾ ਜੀ? ਪੂਰੇ ਦੇਸ਼ 'ਚ 750 ਕਿਸਾਨ ਖਤਮ ਹੋ ਗਿਆ ਹੈ। ਇਹਨਾਂ ਦੀ ਸਰਕਾਰ ਨੇ ਘੁਟਨੇ ਟੇਕਤੇ ਸਨ ਕਿਸਾਨਾਂ ਦੇ ਅੱਗੇ। ਇਹਨਾਂ ਦੀ ਸਰਕਾਰ ਦੇ ਮੁਖੀਆ ਨੇ ਮਾਫੀ ਮੰਗੀ ਹੈ ਕਿਸਾਨਾਂ ਤੋਂ। ਇਹਨਾਂ ਦੀ ਸਰਕਾਰ ਦੇ ਬੰਦਿਆਂ ਨੇ ਸ਼ਹੀਦ ਦੇ ਦਰਜੇ ਇਹਨਾਂ ਨੂੰ ਦੇਣ ਦੀ ਗੱਲ ਕੀਤੀ ਹੈ, ਵਾਅਦਾ ਕੀਤਾ ਹੈ। ਇਸ ਬੰਦੇ ਨੂੰ ਵੀ ਵਾਅਦਾ ਕੀਤਾ ਹੈ
ਹੋਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਵਾਅਦਾ ਕੀਤਾ ਹੈ, ਮੈਨੂੰ ਨਹੀਂ ਸਮਝ ਆ ਰਿਹਾ ਕਿ ਇਹ ਕਿਹੜੇ ਹਿਸਾਬ ਨਾਲ ਇਹਨਾਂ ਨੇ ਕਹਿਤੀ ਇਹ ਗੱਲ। ਇਹਨਾਂ ਦੀ ਤੇ ਬਿਲਕੁਲ ਅਹੰਕਾਰ 'ਚ ਆ ਗਏ ਨੇ ਲੋਕ। ਇੰਜ ਲੱਗ ਰਿਹਾ ਇਹਨਾਂ ਨੂੰ ਕਿ ਜਿਵੇਂ ਕਿਸਾਨ ਕੋਈ ਚੀਜ਼ ਨਹੀਂ ਹੈ। ਉਹ ਤੇ ਕੰਮ ਤੇ ਇਹਨਾਂ ਨੇ ਕਿਹੜੇ ਤਰੀਕੇ ਨਾਲ, ਸੰਵਿਧਾਨਿਕ ਤਰੀਕੇ ਨਾਲ ਚੁਣਾਵ ਨਹੀਂ ਜਿੱਤਿਆ ਇਹਨਾਂ ਲੋਕਾਂ ਨੇ। ਨਾ ਇਹ ਆਪ ਜਿੱਤਿਆ ਸੰਵਿਧਾਨਿਕ ਤਰੀਕੇ ਨਾਲ, ਨਾ ਇਹਨਾਂ ਦੀ ਸਰਕਾਰ ਜਿੱਤੀ ਹੈ। ਅਹੰਕਾਰ 'ਚ ਆ ਗਏ ਨੇ, ਜਿਵੇਂ ਕਦੀ ਕਾਂਗਰਸ ਅਹੰਕਾਰ 'ਚ ਰਹਿੰਦੀ ਸੀ ਨਾ ਪੋਲੇ, ਪਰ ਪੁਰਾਣੇ ਜ਼ਮਾਨੇ 'ਚ ਪਹਿਲਾਂ 75 'ਚ ਜੋ ਉਹਨਾਂ ਨੂੰ ਐਮਰਜੈਂਸੀ ਲਾਣੀ ਪਈ ਸੀ। ਔਰ ਉਦੋਂ ਬਾਅਦ ਆ ਤੁਹਾਡਾ ਹਾਲ ਉਹਨਾਂ ਦਾ ਕਾਂਗਰਸ ਦਾ ਵੇਖੋ ਕੀ ਸੀ। ਉਹਨਾਂ ਨੇ ਵੀ ਹਰਮੰਦਰ ਸਾਹਿਬ ਤੇ ਅਟੈਕ ਕਰਕੇ ਗਲਤੀ ਕੀਤੀ ਸੀ, ਔਰ ਉਹ ਉਦੋਂ ਮੰਨਦੇ ਨਹੀਂ ਸਨ ਗਲਤੀ। ਉਹਨਾਂ ਨੇ ਮੰਨੀ ਹੈ ਬਾਅਦ 'ਚ। ਹੁਣ ਮੰਨਦੇ ਰਹੋ, 20 ਵਾਰੀ ਮੰਨਦੇ ਰਹੋ। ਹੁਣ ਤਾਂ ਚੁੜੀਆਂ ਚੁੱਕ ਗਈਆਂ ਖੇਤ, ਹੁਣ ਕੀ ਤੁਹਾਡੇ ਕੋਲ ਬਚਿਆ। ਇਸੇ ਤਰ੍ਹਾਂ ਇਹਨਾਂ ਨੂੰ ਵੀ ਅਹਿਸਾਸ ਹੋਏਗਾ, ਇੱਕ ਦਿਨ ਆਏਗਾ ਇਹੋ ਜਿਹਾ। ਅਜੇ ਅਹੰਕਾਰ 'ਚ ਨੇ, ਅਹੰਕਾਰ ਇਹਨਾਂ ਦਾ ਖਤਮ ਹੋਏਗਾ, ਫਿਰ ਇਹਨਾਂ ਨੂੰ ਅਹਿਸਾਸ ਹੋਗਾ ਕਿ ਅਸੀਂ ਬਹੁਤ ਗਲਤ ਬੋਲਤਾ। ਕਿਸਾਨ ਉਹ ਵੇ ਕਿ ਕਿਸਾਨ ਨੇ ਤੇ ਦੁਨੀਆ ਦਾ ਪੇਟ ਭਰਿਆ ਹੈ, ਸਾਡੇ ਕਿਸਾਨਾਂ ਨੇ ਹਿੰਦੁਸਤਾਨ ਦਾ ਪੇਟ ਭਰਿਆ ਹੈ। ਹੁਣ ਬਾਹਰ ਦੀ ਤਾਦਾਦ ਸੀ, ਇਹਨਾਂ ਦੇ ਮੰਤਰੀ ਕਹਿ ਰਹੇ ਨੇ ਕੁਛ ਕਿ ਇੰਨਾ ਪੈਦਾ ਕਿਉਂ ਕਰ ਦਿੰਦੇ ਹੋ। ਇਹਨਾਂ ਦੇ ਨਿਤਿਨ ਗਡਕਰੀ ਨੇ ਗੱਲ ਕੀਤੀ ਹੈ, ਸਰੇਆਮ ਕੀਤੀ ਹੈ ਕਿ ਅਨਾਜ ਜ਼ਿਆਦਾ ਕਿਉਂ ਪੈਦਾ ਕਰਦੇ ਹੋ। ਅਫਸੋਸ ਦੱਸੋ, ਇਹੋ ਜਿਹੇ ਮੰਦਬੁੱਧੀ ਭਾਗੇ ਮੰਤਰੀ ਨੇ ਜਿਹੜੇ ਕਹਿ ਰਹੇ ਨੇ ਹੁਣ ਕਿ ਬਾਹਰ ਲੋੜ ਪੈ ਰਹੀ ਹੈ, ਅਨਾਜ ਹੈ ਨਹੀਂ। ਸ਼੍ਰੀਲੰਕਾ ਭੁੱਖਮਰੀ ਉੱਥੇ ਭੇਜ ਰਹੇ ਹਾਂ, ਚਾਈਨਾ 'ਚ ਭੇਜ ਰਹੇ ਹਾਂ, ਚਾਈਨਾ 'ਚ ਅਨਾਜ ਨਹੀਂ ਮਿਲ ਰਿਹਾ ਖਾਣ ਨੂੰ। ਅਤੇ ਦੱਸੋ ਤੁਸੀਂ ਇਹਨਾਂ ਲੋਕਾਂ ਅੰਨਦਾਤਾ ਨੂੰ ਇਹਨਾਂ ਦੀ ਸਰਕਾਰ ਅੰਨਦਾਤਾ ਕਹਿੰਦੀ ਹੈ। ਇਹ ਕਹਿੰਦੇ ਨੇ ਕਿ ਇਹ ਉਹ ਸਟੰਟ ਕਰ ਰਹੇ ਸੀ। ਅਫਸੋਸ, ਇਹ ਨਿੰਦਨੀय ਘਟਨਾ ਹੈ। ਅਸੀਂ ਇਹਦੀ ਪੂਰੀ ਨਿੰਦਾ ਕਰਨੇ ਹਾਂ ਔਰ ਇਹਦਾ ਵਿਰੋਧ ਕਰਾਂਗੇ। ਅਸੀਂ ਇਸੇ ਕਰਕੇ ਕੱਲ੍ਹ ਜਾ ਕਰਕੇ ਅਸੀਂ ਸਾਰਾ ਇਕੱਠ ਕਰਕੇ ਵਿਚਾਰ ਕਰਕੇ ਅਗਲਾ ਪ੍ਰੋਗਰਾਮ ਬਣਾਵਾਂਗੇ। ਤੁਸੀਂ ਇਲੈਕਸ਼ਨ ਦੀ ਗੱਲ ਕੀਤੀ, ਮੌਕਾ ਨਹੀਂ ਮਿਲਿਆ ਤਾਂ ਇਲੈਕਸ਼ਨ ਤੋਂ ਜਿਹੜਾ ਰਿਜ਼ਲਟ ਆਇਆ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਨ ਦੀ। ਜਿਹੜਾ ਇਲੈਕਸ਼ਨ ਜਿਹੜੀ ਹੋਈ ਆ, ਠੀਕ ਹੈ ਜੀ, ਕਿੰਨੇ ਵੋਟਾਂ ਦਾ ਅੰਤਰ ਰਿਹਾ ਤੁਹਾਡਾ ਤੇ ਉਹਨਾਂ ਦਾ ਜਿਹੜੇ ਮੰਤਰੀ ਬਲਦੇਵ ਸਿੰਘ ਔਲਖ ਬਣੇ ਨੇ ਇਸ ਟਾਈਮ, ਠੀਕ ਹੈ ਜੀ, ਉਹ ਕਿਸ ਤਰੀਕੇ ਨਾਲ ਇਲੈਕਸ਼ਨ ਤੁਸੀਂ ਮਤਲਬ ਕਿ ਤੁਹਾਨੂੰ ਲੱਗਦਾ ਕਿ ਕਿਸੇ ਦਾ ਵੀ ਕੋਈ ਤੁਹਾਡੀ ਹੀ ਸੀਟ ਜਾਂ ਕਿਸੇ ਹੋਰ ਦੀ ਝੋਲੀ ਦੇ ਵਿੱਚ ਪੈ ਗਈ ਹੈ? ਕਿੰਨੀਆਂ ਕੁ ਵੋਟਾਂ ਦਾ ਅੰਤਰ ਰਿਹਾ? ਸੱਚ ਪੁੱਛੋ ਕਿ ਜਦੋਂ ਕਾਊਂਟਿੰਗ ਦੇ ਵਿੱਚ ਜਿਹੜੀ ਕੁਛ ਚੀਜ਼ਾਂ ਸਾਡੇ ਸਾਹਮਣੇ ਨਹੀਂ ਸਨ, ਜਿਹੜੀਆਂ ਸਾਡੇ ਸਾਹਮਣੇ ਆਈਆਂ ਸਨ, ਉਹਦੇ ਜਦੋਂ ਇਹਨਾਂ ਨੇ ਮਿਲਾਨ ਕੀਤਾ ਉਹਦੇ 'ਚ ਤੇ ਮੈਨੂੰ ਇਹਨਾਂ ਨੇ ਵਿਖਾਤਾ ਸਾਡੇ ਏਜੰਟਾਂ ਨੇ ਕਿ ਆਪਣੇ ਵੋਟ ਇੰਨੇ ਘੱਟ ਨੇ ਬਈ। ਉੱਥੇ ਤੇ ਸਾਨੂੰ ਇਹੀ ਪਤਾ ਲੱਗਿਆ ਤੇ ਇਸ ਕਰਕੇ ਮੈਂ ਤੇ ਸੈਟੀਸਫਾਈ ਹੋ ਗਿਆ। ਸੱਚ ਕਹਿ ਰਿਹਾ, ਮੈਂ ਜੀਵਨ 'ਚ ਮੈਨੂੰ ਪਤਾ ਲੱਗ ਜਾਏ ਕਿ ਆਹ ਕੰਮ ਹੋ ਗਿਆ ਤੇ ਮੈਂ ਕਦੀ ਵੀ ਮੈਂ ਉੱਤੇ ਉਂਗਲੀ ਨਹੀਂ ਚੁੱਕਦਾ। ਮੈਨੂੰ ਲੋਕਾਂ ਨੇ ਬੜਾ ਬਾਅਦ 'ਚ ਮੇਰੇ ਕਾਰਜਕਰਤਾ ਨੇ ਰੋਸ਼ ਪ੍ਰਗਟ ਕੀਤਾ, ਅਜੇ ਵੀ ਰੱਖਦੇ ਨੇ ਕਿ ਤੁਸੀਂ ਨਿਕਲ ਕੇ ਕਿਉਂ ਆਏ ਹੋ ਬਾਹਰ। ਲੇਕਿਨ ਮੈਨੂੰ ਜਦੋਂ ਤੁਸੀਂ ਦੱਸਿਆ ਕਿਉਂਕਿ ਮੈਂ ਹਾਰ ਗਿਆ ਤੇ ਮੈਂ ਵਧਾਈ ਦੇ ਕੇ ਆਇਆ ਵਾਂ। ਲੇਕਿਨ ਬਾਅਦ 'ਚ ਪਤਾ ਲੱਗਾ ਕਿ ਨਿਰਵਾਚਨ ਆਯੋਗ ਦੀ ਜਿਹੜੀ ਵੈਬਸਾਈਟ 'ਤੇ ਵੀ ਮੈਂ ਜਿੱਤਿਆ ਵਿਖਾਇਆ ਗਿਆ ਵਾਂ। ਅਗਲੇ ਦਿਨ ਤੱਕ ਵੈਬਸਾਈਟ ਦੇ ਉੱਤੇ ਉਹ ਦਿੱਲੀ ਦੇ ਪੇਪਰਾਂ 'ਚ ਵੀ ਮੈਂ ਜਿੱਤਿਆ ਵਾਂ। ਤੇ ਇਹਦਾ ਮਤਲਬ ਇਹ ਕਾਲਾ ਤੇ ਹੈ ਕਿਤੇ ਨਾ ਕਿਤੇ। ਤੇ ਇਸ ਕਰਕੇ ਬਈ ਹੋਰ ਖੇਲ ਤੇ ਕਰ ਗਏ ਨੇ, ਇਹ ਇਕੱਲਾ ਮੇਰੇ ਨਾਲ ਖੇਲ ਨਹੀਂ ਕੀਤਾ ਇਹਨਾਂ ਨੇ, ਖੇਲ ਯੂਪੀ 'ਚ ਬਹੁਤ ਜ਼ਿਆਦਾ ਕਰ ਗਏ ਨੇ। ਤੇ ਇਹਦਾ ਵੀ ਜਵਾਬ ਤਾਂ ਵੇਖੋ ਆਖਿਰਕਾਰ ਕਦੀ ਨਾ ਕਦੀ ਦੇਣਾ ਹੀ ਪੈਣਾ। ਸਾਨੂੰ ਸ਼ੱਕ ਹੈ, ਸਾਨੂੰ ਵੀ ਭਰੋਸਾ ਮਸ਼ੀਨਾਂ 'ਤੇ ਨਹੀਂ ਜੇ ਰਿਹਾ। ਇਹ ਮਸ਼ੀਨਾਂ ਨਾਲ ਚੁਣਾਵ ਜਿਹੜਾ ਅਸੀਂ ਵਿਰੋਧ ਕਰਾਂਗੇ, ਕਿਉਂਕਿ 1 ਲੱਖ ਵੋਟ ਇਹਨੂੰ ਪਿਛਲੀ ਵਾਰੀ ਨਹੀਂ ਪਏ, ਐਰਕਾਂ ਕਿਵੇਂ ਪੈ ਗਏ ਬਾਈ। ਇਹ ਤਾਂ ਝਟਕਾ ਉਦਾਹਰਣ ਹਿਸਾਬ ਲਾ ਲਓ। ਸਾਡਾ ਸਿੱਖ ਘਟਿਆ, ਦੂਜਾ ਵੋਟ ਵੀ ਘਟਿਆ। ਬਿਲਾਸਪੁਰ 'ਚ ਇਹਨੂੰ 10,500 ਵੋਟ ਪਿਆ, ਯਾਰ 8 ਰਹਿ ਗਿਆ, 2500 ਇੱਥੋਂ ਘਟ ਗਏ, ਪੂਰੇ ਮਿਲਕ ਤੋਂ ਵੀ ਘਟਿਆ। ਤੇ ਇਹਨੂੰ 1 ਲੱਖ ਤੋਂ ਉੱਪਰ ਵੋਟ ਕਿਵੇਂ ਪੈ ਗਿਆ? 1 ਲੱਖ ਕਿੰਨੀਆਂ ਵੋਟਾਂ ਦਾ ਅੰਤਰ ਰਿਹਾ ਤੁਹਾਡੇ ਜਿੱਤ ਹਾਰ ਦੇ ਵਿੱਚ? ਉਹ ਤੇ ਹੁਣ 300 ਵਿਖਾ ਰਹੇ ਨੇ, 307 ਤੇ ਇਸ ਕਰਕੇ 307 ਵੋਟਾਂ ਤੋਂ ਜਿੱਤੇ। ਹਾਂ, ਉਹ ਕਰ ਗਏ ਨੇ ਘਾਲਮੇਲ। ਕਈਆਂ ਜਿਹੜੀ ਘੱਟ ਸੀਟਾਂ ਵਾਲਿਆਂ ਤੇ ਕੁਝ ਬੈਲਟ ਪੇਪਰ ਵਾਲਾ ਮਾਮਲਾ ਸੀ, ਉਹ ਮੇਰੇ ਖਿਆਲ 'ਚ ਜਿਹੜੇ ਕੈਂਸਲ ਸਨ ਉਧਰ ਵਿਖਾ ਗਏ ਨੇ, ਉਹਦੇ 'ਚ ਕੋਈ ਖੇਲ ਕਰ ਗਏ ਨੇ। ਖੇਲ ਤਾਂ ਕੀਤਾ ਇਹਨਾਂ ਨੇ। ਧੰਨਵਾਦ ਜੀ। ਬਾਕੀ ਮੈਂ ਇਹ ਚਾਹਾਂਗਾ ਵੀ ਜਿਵੇਂ ਹਰਦੀਪ ਸਿੰਘ ਮਲਵਈ ਦੇ ਉੱਤੇ ਹਮਲਾ ਹੋਇਆ, ਠੀਕ ਹੈ ਜੀ, ਰਿਪੋਰਟ ਵੀ ਲਿਖਾਈ, ਉਹਨਾਂ ਸਾਰੇ ਕੰਮ ਹੋਏ, ਤੇ ਤੁਸੀਂ ਇਹਨਾਂ ਦਾ ਸਾਥ ਦਿਓਗੇ ਕਿਸਾਨਾਂ ਹੋਣ ਦਾ, ਬੱਚਿਆਂ ਦਾ, ਨੌਜਵਾਨਾਂ, ਕਿਉਂਕਿ ਨੌਜਵਾਨ ਜਿਹੜੇ ਤੁਹਾਡੀ ਕਾਲ ਤੇ ਬਜ਼ੁਰਗਾਂ ਦੇ ਮਗਰ ਹੀ ਆਏ ਹਨ ਉੱਤੇ ਅੰਦੋਲਨ ਦੇ ਵਿੱਚ, ਇਹਨਾਂ ਦਾ ਸਾਥ ਕਿਸ ਤਰੀਕੇ ਨਾਲ ਕਰੋਗੇ? ਮੈਂ ਬਿਲਕੁਲ ਇਸ ਬੱਚੇ ਦਾ ਸਾਥ ਨਹੀਂ, ਜਿੰਨੇ ਸਾਡੇ ਕਿਸਾਨ, ਮੈਂ ਸਾਰਾ ਜੀਵਨ ਜਿਉਂ ਤੱਕ ਮੇਰੇ ਪ੍ਰਾਣ ਰਹਿਣਗੇ ਇਹਨਾਂ ਕਿਸਾਨਾਂ ਦਾ, ਜਿੰਨੇ ਅੰਦੋਲਨ 'ਤੇ ਗਏ ਨੇ, ਜਿੰਨੇ ਅੰਦੋਲਨ ਜਿਨ੍ਹਾਂ ਨੂੰ ਚੋਟ ਪਹੁੰਚੀ ਹੈ, ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ, ਜਦੋਂ ਤੱਕ ਮੇਰੇ ਪ੍ਰਾਣ ਰਹਿਣਗੇ ਮੈਂ ਇਹਨਾਂ ਦਾ ਸਾਥ ਨਹੀਂ ਛੱਡਾਂਗਾ। ਨਾ ਛੱਡਾਂਗਾ ਅਲਪਸੰਖਿਅਕ ਵਰਗ, ਨਾ ਛੱਡਾਂਗਾ ਬਹੁਸੰਖਿਅਕ ਵਰਗ। ਜਿਨ੍ਹਾਂ 'ਤੇ ਇਹ ਐਲੀਗੇਸ਼ਨ ਲਾ ਰਹੇ ਨੇ, ਅਸੀਂ ਉਹਨਾਂ ਦਾ ਪੂਰੀ ਸਾਡੀ ਪਾਰਟੀ, ਅਸੀਂ ਲੋਕ, ਸਾਡੇ ਕਾਰਜਕਰਤਾਵਾਂ ਦਾ ਸਾਥ ਦੇਵਾਂਗੇ। ਅਸੀਂ ਪਿੱਛਾ ਨਹੀਂ ਕਰਾਂਗੇ, ਇਹਨਾਂ ਦਾ ਛੱਡਾਂਗੇ ਨਹੀਂ।